ਸਤਿ ਸ਼੍ਰੀ ਅਕਾਲ। ਫਟਾਫਟ 100 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਮੀਤ ਕੌਰ। ਦੇਸ਼ ਦੁਨੀਆ ਦੇ ਵਿੱਚ ਅੱਜ ਕੀ ਕੁਝ ਰਿਹਾ ਖਾਸ, ਮਨੋਰੰਜਨ ਖੇਡ ਜਗਤ ਤੇ ਕਰਾਂਗੇ ਵਪਾਰ ਦੀ ਗੱਲ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਸੂਬਾਈ ਖਬਰਾਂ ਤੇ। ਫਾਜ਼ਿਲਕਾ ਦੇ ਪਿੰਡ ਝੰਗੜ ਭੈਣੀ ਦੇ ਵਿੱਚ ਸੱਪ ਦੇ ਡੰਗਣ ਦੇ ਨਾਲ ਇੱਕ 10 ਸਾਲ ਦੇ ਬੱਚੇ ਦੀ ਮੌਤ ਹੋ ਗਈ। ਬੱਚੇ ਦੇ ਪਿਤਾ ਨੇ ਦੱਸਿਆ ਕਿ ਜਦ ਉਹ ਖੇਤ ਦੇ ਵਿੱਚ ਪਾਣੀ ਲਗਾ ਰਹੇ ਸਨ ਤਾਂ ਇੱਕ ਥਾਂ ਤੋਂ ਖਾਲ ਟੁੱਟਣ ਦੇ ਕਰਕੇ ਜਦੋਂ ਲੜਕਾ ਖਾਲ ਬੰਦ ਕਰਨ ਗਿਆ ਤਾਂ ਉੱਥੇ ਬੈਠੇ ਜ਼ਹਿਰੀਲੇ ਸੱਪ ਨੇ ਉਸ ਨੂੰ ਡੰਗ ਲਿਆ, ਜਿਸ ਕਰਕੇ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਕਿ ਉਸਨੇ ਦਮ ਤੋੜ ਦਿੱਤਾ। ਰਾਏਕੋਟ ਦੇ ਨਜ਼ਦੀਕੀ ਪਿੰਡ ਗੁਜਰਵਾਲ ਦੇ ਵਿੱਚ ਇੱਕ ਵਿਅਕਤੀ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ 46 ਸਾਲਾ ਜਗਤਾਰ ਸਿੰਘ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਖੇਤੀਬਾੜੀ ਦੇ ਨਾਲ-ਨਾਲ ਟਰਾਂਸਪੋਰਟ ਦਾ ਕੰਮ ਕਰਦਾ ਸੀ ਅਤੇ ਕੁਝ ਸਮੇਂ ਤੋਂ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਅਤੇ ਇਸ ਵਜ੍ਹਾ ਦੇ ਨਾਲ ਉਸਨੇ ਨਹਿਰ 'ਚ ਛਾਲ ਮਾਰ ਦਿੱਤੀ। ਬਟਾਲਾ ਵਿਖੇ ਪ੍ਰੇਮੀ ਦੇ ਵੱਲੋਂ ਆਪਣੀ ਵਿਆਹੁਤਾ ਪ੍ਰੇਮਿਕਾ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਸ਼ੀਤਲ ਦੀ ਦੋਸਤ ਨੇ ਦੱਸਿਆ ਕਿ ਜਦੋਂ ਉਹ ਅਤੇ ਸ਼ੀਤਲ ਗਾਂਧੀ ਕੈਂਪ ਦੇ ਵਿੱਚ ਸਨ ਤਾਂ ਸੋਨੂ ਨੇ ਆ ਕੇ ਸ਼ੀਤਲ ਨੂੰ ਥੱਪੜ ਮਾਰਿਆ ਸੀ, ਜਿਸ ਤੋਂ ਬਾਅਦ ਸ਼ੀਤਲ ਸੋਨੂ ਦੇ ਘਰ ਸ਼ਿਕਾਇਤ ਲੈ ਕੇ ਗਈ ਅਤੇ ਗੁੱਸੇ ਦੇ ਵਿੱਚ ਸੋਨੂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ। ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ। ਪੁਲਿਸ ਨੇ ਮ੍ਰਿਤਕਾ ਦੇ ਦੋਸਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ। ਨਕੋਦਰ ਦੇ ਪਿੰਡ ਕੰਗ ਸਾਹਿਬ ਦੇ ਵਿੱਚ ਪਿਤਾ ਅਤੇ ਪੁੱਤਰ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਕਲ ਕੇ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਲਾਜ ਦੌਰਾਨ ਪਿਤਾ ਦੀ ਮੌਤ ਹੋ ਗਈ ਜਦਕਿ ਪੁੱਤਰ ਨੂੰ ਬਚਾ ਲਿਆ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਪੁੱਤਰ ਅਵਤਾਰ ਸਿੰਘ ਦੀ ਪਤਨੀ ਤੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ, ਜਿਸ ਕਰਕੇ ਪਿਓ ਸਮੇਤ ਉਸਨੇ ਜ਼ਹਿਰੀਲਾ ਪਦਾਰਥ ਨਿਕਲ ਲਿਆ। ਦੋਨੋਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਪਿਤਾ ਨੇ ਦਮ ਤੋੜ ਦਿੱਤਾ ਜਦਕਿ ਪੁੱਤਰ ਦੀ ਜਾਨ ਬਚ ਗਈ ਹੈ। ਉਧਰ ਪੁਲਿਸ ਦੇ ਵੱਲੋਂ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਪਤਨੀ ਅਤੇ ਸਹੁਰਾ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੇਲ ਕੀਮਤਾਂ ਦੇ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮਿਨੀ ਬੱਸਾਂ ਸਮੇਤ ਸਾਰੀਆਂ ਬੱਸਾਂ ਦੇ ਵਿੱਚ ਯਾਤਰੀਆਂ ਦੀ 50% ਸਮਰੱਥਾ ਵਾਲੇ ਹੁਕਮ ਵਾਪਸ ਲੈ ਲਏ ਨੇ। ਹੁਣ ਪੂਰੀ ਸਮਰੱਥਾ ਨਾਲ ਬੱਸਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਪਰ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਮਾਸਕ ਲਾਜ਼ਮੀ ਤੌਰ ਤੇ ਪਹਿਨਣ ਦੇ एहतियात दिते गए ने। उत्थे दस्सिए कि राज्य सरकार ने पहला कोविड संकट के नाल बसां नूं 50% समर्था दे नाल चलाउण दी आग्या दित्ती सी। इस तो इलावा लोकां नूं राह दिंदिआं होइआं कहा गया है कि कार दे विच परिवार दे 3 तो वध लोग सफर कर सकते ने। बठिंडा थर्मल प्लांट बंद करन दे चलदिआं होइआं कर्मचारियों दे विच रोस दी लहर अते उन्हां दे वल्लों सरकार दे खिलाफ मोर्चा खोलदिआं होइआं धरना प्रदर्शन शुरू कीता गया। PSPCL कर्मचारी यूनियन के आगुआ ने वित्त मंत्री मनप्रीत बादल नूं लम्मे हथी लिया। यूनियन आगुआ के मुताबिक कई कैबिनेट मंत्री थर्मल प्लांट नूं पराली दे नाल चलाउण दे लई सहमत सन, जिस दे नाल सस्ती बिजली पैदा होनी सी, पर मनप्रीत बादल ने अजिहा नहीं होण दित्ता। उन्होंने कहा कि हुण थर्मल प्लांट नूं वेचण दी कोशिश की जा रही है, जिस नूं कदे भी कामयाब नहीं होण दित्ता जावेगा। खबर समराला तो जिथे कि सड़क हादसे दे विच एक शख्स की मौत हो गई है जबकि कुछ लोग जख्मी हुए ने अते उत्थे ही मृतक की पछाण लुधियाना के रहने वाले आग्याराम वजों हुई है, जो कि किसी दुकानदार नूं रेडीमेड की सप्लाई देण जा रहा सी। समराला के नेलो पुल के कोल खड़ी कार दे विच उसकी कार वजन नाल मौके ते ही मौत हो गई है, जबकि दूजी कार दे विच बैठियां कुछ सवारियां गंभीर जख्मी हुई ने, जिन्हां नूं इलाज दे लई समराला के सिविल हस्पताल लिजाया गया, जिथे उन्हां नूं लुधियाना रैफर कर दिता गया। गुरदासपुर के हल्का कादिया के चक शरीफ तो लैके तुलगवान तक जाने वाले रोड को लैके सियासत लगातार गरमाउंदी जा रही है। इस मामले में लैके श्रोमणी अकाली दल के आगुआ ने हल्का विधायक फतेह जंग सिंह बाजवा ते दोष लगाए ने कि पिछले साल इस सड़क का टेंडर पास हो चुका सी, पर कादिया तो विधायक फतेह जंग सिंह बाजवा इस सड़क का निर्माण नहीं करवा रहे। यह सड़क पंजाब पिंडां नूं आपस में जोड़ती है। इस सड़क की हालत इन्नी खस्ता है कि इत्थों गुजरन वाले लोगों को वड्डी दिक्कत का सामना करना पैंदा है। सचिन दे डुप्लीकेट के तौर पर अपनी पहचान बनाने वाले बलबीर चंद कोरोना मरीजों को मिशन जिंदगी दे रहे हैं। नवांशहर के पिंड सालो के रहने वाला बलबीर चंद पिछले दिन ही इस परिवार समेत मुंबई तो वापस अपने जद्दी पिंड परतिया सी। परिवार के 5 मैंबरों के विचों 4 जियां नूं कोरोना पॉजिटिव पाया गया, पर हुण सारे रिकवर होकर घर में आ गए ने। इस तो बाद उन्होंने गुरु नानक मिशन हस्पताल बंगा के आइसोलेशन वार्ड के भर्ती करवाया गया सी।
ਬਲਵੀਰ ਚੰਦ ਲੁੱਕ ਲਾਈਕ ਸਚਿਨ ਅੱਜਕੱਲ ਵਾਰਡ ਦੇ ਵਿੱਚ ਮਰੀਜ਼ਾਂ ਨੂੰ ਟੈਸਟ ਕਰਵਾ ਕੇ ਉਹਨਾਂ ਦੀ ਇਮਿਊਨਿਟੀ ਵਧਾ ਰਹੇ ਨੇ। ਫਿਲੌਰ ਵਿਖੇ ਪਿਛਲੇ ਹਫਤੇ ਇੱਕੋ ਪਰਿਵਾਰ ਦੇ 4 ਮੈਂਬਰ ਕੋਰੋਨਾ ਪੋਜ਼ਿਟਿਵ ਪਾਏ ਗਏ ਸਨ, ਜਿਨ੍ਹਾਂ ਨੂੰ ਸਿਹਤ ਵਿਭਾਗ ਦੇ ਵੱਲੋਂ ਤੁਰੰਤ ਜਲੰਧਰ ਅਤੇ ਸ਼ਾਹਕੋਟ ਦੇ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਹਨਾਂ ਦੇ ਵਿੱਚੋਂ 2 ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਘਰ ਲਿਆਉਣ ਤੇ ਇਲਾਕਾ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਦੇ ਹੋਏ ਉਹਨਾਂ ਦਾ ਸਵਾਗਤ ਕੀਤਾ। ਪਰਿਵਾਰ ਨੇ ਇਸ ਦੇ ਲਈ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਦੇ ਵਿੱਚ ਪਿਛਲੇ 3 ਦਿਨਾਂ ਤੋਂ ਬਿਜਲੀ ਦੀ 8 ਘੰਟੇ ਸਪਲਾਈ ਨਾ ਹੋਣ ਕਰਕੇ ਕਿਸਾਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਦੇ ਚੱਲਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਬਿਜਲੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੇ ਨਾਲ ਮਾੜੀ ਸ਼ਬਦਾਵਲੀ ਵਰਤੀ ਗਈ ਹੈ। मीडिया ਨਾਲ ਗੱਲਬਾਤ ਕਰਦਿਆਂ ਹੋਇਆ ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਨਾ ਮਿਲਣ ਕਰਕੇ ਝੋਨੇ ਦੀ ਫਸਲ ਖਰਾਬ ਹੋ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ 8 ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਉਹਨਾਂ ਦੇ ਵੱਲੋਂ ਇਹ ਧਰਨਾ ਜਾਰੀ ਰਹੇਗਾ। ਉਧਰ ਅਧਿਕਾਰੀਆਂ ਨੇ ਕਿਹਾ ਕਿ ਬਿਜਲੀ ਦੀ ਟ੍ਰਿਪਿੰਗ ਦੇ ਕਰਕੇ ਜੋ ਸਪਲਾਈ ਹੈ ਉਹ ਪ੍ਰਭਾਵਿਤ ਹੋ ਰਹੀ ਸੀ, ਇਸ ਨੂੰ ਠੀਕ ਕੀਤਾ ਜਾ ਰਿਹਾ ਹੈ। ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੁੱਖ ਡੈਮ ਦਾ ਹੁਣ ਤੱਕ 45% ਕੰਮ ਪੂਰਾ ਹੋ ਚੁੱਕਾ ਹੈ। ਇਹ ਜਾਣਕਾਰੀ ਜਲ ਸਰੋਤ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਦੇ ਵੱਲੋਂ ਦਿੱਤੀ ਗਈ ਹੈ। ਉਹ ਪਠਾਨਕੋਟ ਵਿਖੇ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟਾਂ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਲਈ ਪਹੁੰਚੇ ਹੋਏ ਸਨ। ਇਸ ਮੌਕੇ ਉਹਨਾਂ ਹੋਰ ਵਿਕਾਸ ਪ੍ਰੋਜੈਕਟਾਂ ਦਾ ਵੀ ਜਾਇਜ਼ਾ ਲਿਆ। ਉਹਨਾਂ ਦੱਸਿਆ ਕਿ ਕੋਵਿਡ ਤੋਂ ਬਚਾਅ ਸੰਬੰਧੀ ਮਿਸ਼ਨ ਫਤਿਹ ਤਹਿਤ ਸਾਰੇ ਸੁਰੱਖਿਆ ਨਿਯਮਾਂ ਨੂੰ ਯਕੀਨੀ ਬਣਾਉਂਦਿਆਂ ਹੋਇਆਂ ਜਲ ਸਰੋਤ ਵਿਭਾਗ ਨੇ 29 ਅਪ੍ਰੈਲ 2020 ਨੂੰ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦਾ ਨਿਰਮਾਣ ਕਾਰਜ ਮੁੜ ਤੋਂ ਸ਼ੁਰੂ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦੁਆਰਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੂੰ ਕਾਰੋਬਾਰ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਸੰਬੰਧੀ ਮੰਗ ਪੱਤਰ ਸੌਂਪਿਆ। ਇਸ ਮੌਕੇ ਵਪਾਰੀਆਂ ਨੇ ਦੱਸਿਆ ਕਿ ਵਪਾਰ ਅਤੇ ਇੰਡਸਟਰੀ ਬੇहद ਮੁਸ਼ਕਿਲ ਦੌਰ ਦੇ ਵਿੱਚੋਂ ਲੰਘ ਰਹੀ ਹੈ ਅਤੇ ਆਰਥਿਕ ਸੰਕਟ ਦੇ ਵਿੱਚੋਂ ਲੰਘ ਰਹੇ ਵਪਾਰੀਆਂ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ। ਉਹਨਾਂ ਮੰਗ ਪੱਤਰ ਦੇ ਰਾਹੀਂ ਅਪੀਲ ਕੀਤੀ ਹੈ ਕਿ 3 ਮਹੀਨਿਆਂ ਦਾ ਬਿਜਲੀ ਦਾ ਬਿੱਲ ਕਿਸ਼ਤਾਂ ਦੇ ਵਿੱਚ ਲਿਆ ਜਾਵੇ ਅਤੇ ਦੁਕਾਨਾਂ ਦੇ ਕਿਰਾਏ ਵੀ ਮੁਆਫ ਕੀਤੇ ਜਾਣ। ਮੋਹਾਲੀ ਦੇ ਬੜਮਾਚਰਾ ਕਲੋਨੀ ਦੇ ਵਿੱਚ ਮਾਮੂਲੀ ਤਕਰਾਰ ਦੇ ਚੱਲਦੇ ਇੱਕ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਨੂੰ ਮ੍ਰਿਤਕ ਨੇ ਕਿਸੇ ਗੱਲ ਤੋਂ ਮਨਾ ਕੀਤਾ ਸੀ। ਇਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ। ਪੁਲਿਸ ਹਮਲਾਵਰ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਮੋਗਾ ਵਿਖੇ ਅਕਾਲੀ ਦਲ ਦੇ ਸਾਬਕਾ ਕੌਂਸਲਰ ਦੇ ਵੱਲੋਂ ਸ਼ਹਿਰ ਦੇ ਵਿੱਚ ਚੱਲ ਰਹੇ ਵਿਕਾਸ ਕੰਮਾਂ ਨੂੰ ਲੈ ਕੇ ਪੱਤਰਕਾਰ ਵਾਰਤਾ ਨੂੰ ਸੰਬੋਧਨ ਕੀਤਾ ਗਿਆ। ਇਸ ਵਿੱਚ ਉਹਨਾਂ ਨੇ ਵਿਕਾਸ ਕੰਮਾਂ ਦੀ ਆੜ ਦੇ ਵਿੱਚ ਫੰਡਾਂ ਦੀ ਦੁਰਵਰਤੋਂ ਕੀਤੇ ਜਾਣ ਦੀ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਵਾਰਡਾਂ ਦੇ ਵਿੱਚ ਵਿਕਾਸ ਕਾਰਜ ਵਿਧਾਇਕ ਦੀ ਮਨਮਰਜ਼ੀ ਦੇ ਨਾਲ ਚਲਾਏ ਜਾ ਰਹੇ ਨੇ। ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਆੜ ਦੇ ਵਿੱਚ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ MK ਅਰਵਿੰਦ ਦੇ ਵੱਲੋਂ ਮਲੋਟ ਵਿਖੇ ਸੀਲ ਕੀਤੇ ਗਏ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਦੇ ਨਾਲ ਹੀ ਤੀਜੇ ਵੀਕਐਂਡ ਲਾਕਡਾਊਨ ਦੌਰਾਨ ਬਾਜ਼ਾਰਾਂ ਦਾ ਵੀ ਦੌਰਾ ਕੀਤਾ ਗਿਆ। ਕੋਰੋਨਾ ਦੇ ਵਧ ਰਹੇ ਮਾਮਲੇ ਦੇ ਚੱਲਦਿਆਂ ਮਲੋਟ ਦੇ ਪ੍ਰਸ਼ਾਸਨ ਦੇ ਵੱਲੋਂ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਰੱਖਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ SDM ਗੋਪਾਲ ਸਿੰਘ ਨੇ ਪ੍ਰਸ਼ਾਸਨ ਦੇ ਵੱਲੋਂ ਕੋਰੋਨਾ ਦੀ ਰੋਕਥਾਮ ਦੇ ਲਈ ਪੂਰੇ ਯਤਨ ਕੀਤੇ ਜਾਣ ਦੀ ਗੱਲ ਆਖੀ। उन्हें कहा है कि जो कोई भी हुक्मां की उल्लंघना करेगा उसके खिलाफ कानूनी कार्रवाई की जाएगी। एक नजर पाने राष्ट्रीय खबरों ते प्रधानमंत्री नरेंद्र मोदी के वलों देशवासियों के नाल मन की बात प्रोग्राम के जरिए संबोधन किया गया। प्रधानमंत्री नरेंद्र मोदी ने अपने संबोधन की शुरुआत कोरोना की आफत तो की है। उन्हें कहा कि लोग चर्चा कर रहे हैं कि आखिर इस साल कदों लगेगा। लोग दोस्तों को कह रहे हैं कि इस साल चंगा नहीं है, 2020 शुभ नहीं है। उन्हें कहा कि अजिही गलबात करना ठीक नहीं है। देश के पूर्वी हिस्सों के विच तूफान आए ने ते किसान भरा टिड्डी दल के हमले तो परेशान ने। कोरोना की आफत के विच देश लॉकडाउन तो बाहर निकल आया ते उत्थे दस दईए कि अनलॉक दे विच कोरोना नूं हराउण अते अर्थव्यवस्था नूं मजबूत बनाउण ते जोर दिता गया ते मोदी ने मास्क पहनण ते 2 गज की दूरी का पालन करन नूं यकीनी बनाउण दी अपील की।
लद्दाख ਦੇ ਵਿੱਚ ਹੋਈ ਹਿੰਸਕ ਝੜਪ ਬਾਰੇ ਗੱਲਬਾਤ ਕਰਦੇ ਹਾਂ। ਉਹਨਾਂ ਕਿਹਾ ਹੈ ਕਿ ਭਾਰਤ ਦੇ ਵੱਲ ਅੱਖ ਚੁੱਕਣ ਵਾਲਿਆਂ ਨੂੰ ਕਰਾਰਾ ਜਵਾਬ ਮਿਲਿਆ ਹੈ। ਭਾਰਤ ਮਿੱਤਰ ਨਾ ਕਰਨਾ ਚਾਹੁੰਦਾ ਹੈ ਤਾਂ ਅੱਖ ਦੇ ਵਿੱਚ ਅੱਖ ਪਾ ਕੇ ਉਚਿਤ ਜਵਾਬ ਦੇਣਾ ਵੀ ਜਾਣਦਾ ਹੈ। ਉਹਨੇ ਕਿਹਾ ਕਿ ਸਾਡੇ ਵੀਰ ਫੌਜੀਆਂ ਨੇ ਦਿਖਾ ਦਿੱਤਾ ਹੈ ਕਿ ਉਹ ਕਦੇ ਵੀ ਮਾਂ ਭਾਰਤੀ ਦੇ ਮਾਣ ਤੇ ਮੁਸੀਬਤ ਨਹੀਂ ਆਉਣ ਦੇਣਗੇ। ਲਦਾਖ ਦੇ ਵਿੱਚ ਸਾਡੇ ਜਵਾਨ ਸ਼ਹੀਦ ਹੋਏ ਨੇ ਤੇ ਉਹਨਾਂ ਦੇ ਸਾਹਸ ਨੂੰ ਪੂਰਾ ਦੇਸ਼ ਨਮਨ ਕਰ ਰਿਹਾ ਹੈ, ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਰਾਜਸਥਾਨ ਦੇ ਵਿੱਚ ਕੋਰੋਨਾ ਵਾਇਰਸ ਦੇ ਨਾਲ ਐਤਵਾਰ ਨੂੰ 5 ਹੋਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਸ ਨਾਲ ਮ੍ਰਿਤਕਾਂ ਦਾ ਆંકੜਾ 396 ਤੱਕ ਪਹੁੰਚ ਗਿਆ। ਸੂਬੇ ਦੇ ਵਿੱਚ ਇਨਫੈਕਸ਼ਨ ਦੇ 175 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਮਰੀਜ਼ਾਂ ਦੀ ਗਿਣਤੀ 17,119 ਤੱਕ ਪਹੁੰਚ ਗਈ ਹੈ। ਇਹਨਾਂ ਦੇ ਵਿੱਚੋਂ 3,297 ਲੋਕਾਂ ਦਾ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ। ਐਤਵਾਰ ਨੂੰ 5 ਮਰੀਜ਼ਾਂ ਦੀ ਮੌਤ ਦੇ ਨਾਲ ਇਨਫੈਕਸ਼ਨ ਦੇ ਨਾਲ ਮਰਨ ਪਾਉਣ ਦੀ ਗਿਣਤੀ ਹੁਣ 396 ਹੋ ਗਈ ਹੈ। ਭਰਤਪੁਰ ਦੇ ਵਿੱਚ 2, ਜੈਪੁਰ ਅਤੇ ਤੁਥਨੂ ਦੇ ਵਿੱਚ ਇੱਕ ਮਰੀਜ਼ ਦੀ ਮੌਤ ਹੋਈ ਹੈ। ਉੱਥੇ ਹੀ ਇੱਕ ਮਰੀਜ਼ ਦੂਜੇ ਸੂਬੇ ਦਾ ਦੱਸਿਆ ਜਾ ਰਿਹਾ ਹੈ। ਜੈਪੁਰ ਦੇ ਵਿੱਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 157 ਹੋ ਗਈ ਹੈ, ਜਿਸ ਦੇ ਵਿੱਚ ਜੋਧਪੁਰ ਦੇ ਵਿੱਚ 41, ਭਰਤਪੁਰ ਦੇ ਵਿੱਚ 34, ਕੋਟਾ ਵਿੱਚ 22, ਅਜਮੇਰ ਦੇ ਵਿੱਚ 16, ਬੀਕਾਨੇਰ ਦੇ ਵਿੱਚ 13 ਪੀੜਤਾਂ ਦੀ ਮੌਤ ਹੋਈ ਹੈ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ। ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਜਾਰੀ ਆંકੜਿਆਂ ਦੇ ਮੁਤਾਬਕ ਦੇਸ਼ ਦੇ ਵਿੱਚ ਹੁਣ ਤੱਕ 5,28,859 ਲੋਕ ਪੀੜਿਤ ਦੱਸੇ ਗਏ ਨੇ ਅਤੇ ਮਾਮਲੇ ਇਸ ਤੋਂ ਵੱਧ ਵੀ ਹੋ ਸਕਦੇ ਨੇ। ਇਹਨਾਂ ਮਾਮਲਿਆਂ ਦੇ ਵਿੱਚ 3,09,713 ਲੋਕਾਂ ਦਾ ਇਲਾਜ ਕੀਤਾ ਜਾ ਚੁੱਕਿਆ ਹੈ। ਦੇਸ਼ ਦੇ ਵਿੱਚ ਹੁਣ ਤੱਕ 2,03,051 ਕੋਰੋਨਾ ਦੇ ਸੰਕਰਮਣ ਮਾਮਲੇ ਹਨ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਨਾਲ ਇੱਕ ਦਿਨ ਦੇ ਵਿੱਚ ਰਿਕਾਰਡ ਤੋੜ 19,906 ਮਾਮਲੇ ਸਾਹਮਣੇ ਆਏ ਨੇ। ਇਸ ਤੋਂ ਇਲਾਵਾ ਮ੍ਰਿਤਕਾਂ ਦਾ ਆંકੜਾ 16,095 ਤੱਕ ਪਹੁੰਚ ਗਿਆ ਹੈ। ਰੁਕ ਕਰਦੇ ਹਾਂ ਅੰਤਰਰਾਸ਼ਟਰੀ ਖਬਰਾਂ ਦੇ ਵੱਲ। ਅਮਰੀਕਾ ਦੇ ਰੈੱਡ ਬਲੂਫ ਦੇ ਵਾਲਮਾਰਟ ਦੇ ਵਿੱਚ ਸ਼ਨੀਵਾਰ ਨੂੰ ਗੋਲੀਬਾਰੀ ਦੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋਏ ਨੇ। ਹਸਪਤਾਲ ਦੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਦੀ ਹਾਲਤ ਦੇ ਵਿੱਚ ਸਥਿਰ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਉਹ ਖਤਰੇ ਤੋਂ ਬਾਹਰ ਨੇ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਸ਼ਨੀਵਾਰ ਦੁਪਹਿਰ 3:30 ਵਜੇ ਦੇ ਕਰੀਬ ਹੋਈ ਹੈ ਅਤੇ ਇਹ ਖੇਤਰ ਕੈਲੀਫੋਰਨੀਆ ਦੀ ਰਾਜਧਾਨੀ ਸਕਾਰਮੈਂਟੋ ਤੋਂ 120 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਸ਼ੂਟਰ ਨੇ ਵਾਲਮਾਰਟ ਸੈਂਟਰ ਦੇ ਵਿੱਚ ਜਾ ਕੇ ਲੋਕਾਂ ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਲੋਕ ਚੀਕਾਂ ਮਾਰ ਕੇ ਇੱਧਰ ਉੱਧਰ ਭੱਜ ਰਹੇ ਸਨ। ਇਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ, 4 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 1,02,622 ਤੋਂ ਪਾਰ ਹੋ ਗਈ ਹੈ ਅਤੇ ਇਹਨਾਂ ਦੇ ਵਿੱਚੋਂ ਕਿਰਿਆਸ਼ੀਲ ਮਾਮਲੇ 26,698 ਨੇ ਅਤੇ ਕੈਨੇਡਾ ਦੇ ਵਿੱਚ ਹੁਣ ਤੱਕ 8,594 ਮੌਤਾਂ ਹੋ ਚੁੱਕੀਆਂ ਨੇ। ਹਾਲਾਂਕਿ ਦੇਸ਼ ਦੇ ਵਿੱਚ 65,425 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਨੇ। ਕੈਨੇਡਾ ਦਾ ਸਾਊਥ ਕਿਊਬਿਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਇਆ। ਇੱਥੇ 55,079 ਲੋਕ ਕੋਰੋਨਾ ਦਾ ਸ਼ਿਕਾਰ ਹੋਏ ਨੇ। ਓਟਾਰੀਓ ਦੇ ਵਿੱਚ ਵੀ 32,205 ਲੋਕ ਕੋਰੋਨਾ ਦੀ ਚਪੇਟ ਵਿੱਚ ਆਏ ਨੇ। ਕੈਨੇਡਾ ਨੇ ਹੌਲੀ-ਹੌਲੀ ਕਈ ਖੇਤਰਾਂ ਦੇ ਵਿੱਚ ਢਿੱਲ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ। ਅਜੇ ਵੀ ਕੋਰੋਨਾ ਵਾਇਰਸ ਖਤਮ ਨਹੀਂ ਹੋਇਆ, ਹਾਲਾਂਕਿ ਇਸ ਦੀ ਰਫ਼ਤਾਰ ਘਟ ਗਈ ਹੈ, ਪਰ ਇਹ ਖਤਮ ਨਹੀਂ ਹੋਇਆ, ਇਸ ਲਈ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਵੱਲ ਧਿਆਨ ਦੇਣ ਲਈ ਕਿਹਾ ਗਿਆ। ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦੇ ਚਲਦਿਆਂ ਪੂਰੇ ਵਿਸ਼ਵ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1 ਕਰੋੜ ਤੋਂ ਪਾਰ ਹੋ ਗਈ ਹੈ। ਇਹ ਜਾਣਕਾਰੀ ਵਰਲਡੋਮੀਟਰ ਨੇ ਆਪਣੀ ਵੈਬਸਾਈਟ ਤੇ ਸਾਂਝੀ ਕੀਤੀ ਹੈ। ਵਰਲਡੋਮੀਟਰ ਦੀ ਰਿਪੋਰਟ ਦੇ ਮੁਤਾਬਕ ਪੂਰੇ ਵਿਸ਼ਵ ਦੇ ਵਿੱਚ ਤਕਰੀਬਨ 4 ਮਹੀਨੇ ਦੇ ਵਿੱਚ 50,71,527 ਮਾਮਲੇ ਦਰਜ ਕੀਤੇ ਗਏ ਸਨ, ਪਰ ਤਕਰੀਬਨ 37 ਦਿਨਾਂ ਦੇ ਵਿੱਚ ਇਹ ਮਾਮਲੇ 1 ਕਰੋੜ ਤੋਂ ਪਾਰ ਪਹੁੰਚ ਚੁੱਕੇ ਨੇ। ਵਰਲਡੋਮੀਟਰ ਵੈਬਸਾਈਟ ਦੀ ਰਿਪੋਰਟ ਦੇ ਮੁਤਾਬਕ ਹੁਣ ਤੱਕ ਪੂਰੇ ਵਿਸ਼ਵ ਦੇ ਵਿੱਚ ਕੋਰੋਨਾ ਦੇ 1 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ। ਇਹਨਾਂ ਦੇ ਵਿੱਚੋਂ 4,98,953 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਉੱਥੇ ਹੀ 54,14,646 ਲੋਕ ਸਿਹਤਯਾਬ ਹੋ ਚੁੱਕੇ ਨੇ। ਇਸ ਤੋਂ ਇਲਾਵਾ ਪੂਰੀ ਦੁਨੀਆ ਦੇ ਵਿੱਚ ਹੁਣ ਤੱਕ 40,86,947 ਪ੍ਰਭਾਵਿਤਾਂ ਦਾ ਇਲਾਜ ਚੱਲ ਰਿਹਾ, ਜਿਨ੍ਹਾਂ ਦੇ ਵਿੱਚੋਂ 57,706 ਕੋਰੋਨਾ ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵਪਾਰ ਜਗਤ 'ਚ ਕਿਹੜੇ ਰਹੇ ਉਤਾਰ ਚੜ੍ਹਾਅ, ਕਿਸ ਨੂੰ ਹੋਇਆ ਨੁਕਸਾਨ, ਕੌਣ ਫਾਇਦੇ 'ਚ ਜਾਣਦੇ ਹਾਂ ਬਿਜ਼ਨਸ ਨਿਊਜ਼ 'ਚ। ਅਮਰੀਕੀ ਅਫਰੀਕੀ ਭਾਈਚਾਰੇ ਦੇ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਰੰਗ ਭੇਦ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਇਸ ਬਹਿਸ ਨੇ ਹੁਣ ਗੋਰੀ ਅਤੇ ਚਮੜੀ ਨੂੰ ਸੁੰਦਰ ਬਣਾਉਣ ਵਾਲੀ ਕਰੀਮ ਨੂੰ ਵੀ ਲਪੇਟੇ ਦੇ ਵਿੱਚ ਲਿਆ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਸੁੰਦਰਤਾ ਬ੍ਰਾਂਡ ਨੇ ਆਪਣੇ ਪ੍ਰਚਾਰ ਤਰੀਕੇ ਦੇ ਵਿੱਚ ਬਦਲਾਅ ਕਰਨ ਦੀ ਪੇਸ਼ਕਸ਼ ਕੀਤੀ ਹੈ। ਹਿੰਦੁਸਤਾਨ ਯੂਨੀਲੀਵਰ ਨੇ ਆਪਣੇ 45 ਸਾਲਾ ਪੁਰਾਣੇ ਬ੍ਰਾਂਡ ਫੇਅਰ ਐਂਡ ਲਵਲੀ ਦੇ ਵਿੱਚੋਂ ਫੇਅਰ ਸ਼ਬਦ ਹਟਾਉਣ ਦਾ ਫੈਸਲਾ ਕੀਤਾ ਹੈ।
ਲੋਰੀਅਲ ਕੰਪਨੀ ਆਪਣੇ ਬ੍ਰਾਂਡ ਦੇ ਵਿੱਚੋਂ ਵਾਈਟ ਲਾਈਟ ਅਤੇ ਫੇਅਰ ਵਰਗੇ ਸ਼ਬਦ ਹਟਾ ਦੇਵੇਗੀ। ਕੰਪਨੀ ਨੇ ਆਪਣੇ ਸਾਰੇ ਸਕਿਨ ਕੇਅਰ ਉਤਪਾਦਾਂ ਦੇ ਵਿੱਚੋਂ ਚਿੱਟੇਕਰਨ, ਹਲਕੇਕਰਨ ਵਰਗੇ ਸ਼ਬਦਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਵਿਸ਼ਵ ਵਿਆਪੀ ਤੌਰ ਤੇ ਵੈਬੀਨਾਰ ਲਗਾਇਆ ਸੀ ਅਤੇ ਇਸ ਵਿੱਚ ਕੰਪਨੀ ਨੇ ਭਵਿੱਖ ਦੇ ਵਿੱਚ ਉਤਪਾਦਾਂ ਦੇ ਬਾਰੇ ਬਹੁਤ ਸਾਰੀਆਂ ਸਕੀਮਾਂ ਦੇ ਬਾਰੇ ਗੱਲ ਕੀਤੀ ਅਤੇ ਵਿਚਾਰ ਚਰਚਾ ਕੀਤੀ। ਹਿੰਦੁਸਤਾਨ ਯੂਨੀਲੀਵਰ ਕੰਪਨੀ ਆਪਣੀ ਸੁੰਦਰਤਾ ਬ੍ਰਾਂਡ ਜਿਵੇਂ ਕਿ ਡਵ ਅਤੇ ਪੌਂਡਸ ਤੋਂ ਵਾਈਟਨਿੰਗ, ਲਾਈਟਨਿੰਗ ਅਤੇ ਬ੍ਰਾਈਟਨਿੰਗ ਸ਼ਬਦ ਹਟਾਉਣ ਦਾ ਵਿਚਾਰ ਕਰ ਰਹੀ ਹੈ। ਭਵਿੱਖ ਦੇ ਵਿੱਚ ਕੰਪਨੀ ਆਪਣੇ ਕਿਸੇ ਵੀ ਸੁੰਦਰਤਾ ਉਤਪਾਦ ਦੇ ਵਿੱਚ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰੇਗੀ। ਵਿਸ਼ਵ ਦੀ ਪ੍ਰਮੁੱਖ ਸੌਫਟ ਡਰਿੰਕ ਕੰਪਨੀ ਕੋਕਾ-ਕੋਲਾ ਨੇ ਇੱਕ ਵੱਡਾ ਫੈਸਲਾ ਕੀਤਾ ਹੈ। ਕੰਪਨੀ ਨੇ ਅਗਲੇ 30 ਦਿਨਾਂ ਦੇ ਲਈ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਆਪਣੇ ਸਾਰੇ ਇਸ਼ਤਿਹਾਰਾਂ ਦੀ ਅਦਾਇਗੀ ਨੂੰ ਰੋਕ ਲਗਾ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਕੰਪਨੀ ਨੇ ਇਹ ਫੈਸਲਾ ਪੂਰੀ ਦੁਨੀਆ ਦੇ ਵਿੱਚ ਰੰਗ ਭੇਦ ਦੇ ਖਿਲਾਫ ਚੱਲ ਰਹੀ ਮੁਹਿੰਮ ਦੇ ਕਰਕੇ ਲਿਆ। ਹਾਲਾਂਕਿ ਕੰਪਨੀ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਕਿਹਾ ਗਿਆ ਕਿ ਅਸੀਂ ਇਸ਼ਤਿਹਾਰਬਾਜ਼ੀ ਨੂੰ ਰੋਕਦੇ ਹਾਂ ਪਰ ਅਧਿਕਾਰਿਤ ਬਾਈਕਾਟ ਦਾ ਵਿੱਚ ਸ਼ਾਮਲ ਨਹੀਂ ਹੋ ਰਹੇ। ਕੋਕਾ-ਕੋਲਾ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਉਹ ਸੋਸ਼ਲ ਮੀਡੀਆ ਤੇ ਘੱਟੋ-ਘੱਟ 30 ਦਿਨਾਂ ਦੇ ਲਈ ਇਸ਼ਤਿਹਾਰਾਂ ਨੂੰ ਮੁਅੱਤਲ ਕਰ ਰਹੀ ਹੈ ਕਿਉਂਕਿ ਕੰਪਨੀ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਨਸਲਵਾਦੀ ਸਮੱਗਰੀ ਦੇ ਨਾਲ ਕਿਵੇਂ ਨਜਿੱਠਣਾ ਹੈ ਇਸ ਤੇ ਕੰਮ ਕਰਨਾ ਚਾਹੁੰਦੀ ਹੈ। ਦੱਸੀਏ ਕਿ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਤੇ ਨਸਲਵਾਦੀ ਇਸ਼ਤਿਹਾਰਬਾਜ਼ੀ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਹੀ ਕਾਰਨ ਹੈ ਕਿ ਕੰਪਨੀ ਆਪਣੇ ਵਿਗਿਆਪਨਾਂ ਤੇ ਰੋਕ ਲਗਾ ਰਹੀ ਹੈ ਅਤੇ ਆਪਣੇ ਬ੍ਰਾਂਡ ਦਾ ਨਾਮ ਬਦਲਣ ਤੇ ਵਿਚਾਰ ਕਰ ਰਹੀ ਹੈ। ਦੇਸ਼ ਦੇ ਵਿੱਚ ਖਾਣ ਪੀਣ ਵਾਲੀਆਂ ਵਸਤੂਆਂ ਤੇ GST ਦੇ ਵਿੱਚ 5% ਦਰ ਕੀਤੀ ਗਈ ਹੈ। ਉੱਥੇ ਹਾਲ ਹੀ ਦੇ ਵਿੱਚ ਅਥਾਰਟੀ ਆਫ ਐਡਵਾਂਸ ਰੂਲਿੰਗ ਦੀ ਕਰਨਾਟਕ ਬੈਚ ਦੇ ਪਰੌਂਠੇ ਦੇ ਉੱਤੇ 18% GST ਲਗਾਉਣ ਦਾ ਫੈਸਲਾ ਕੀਤਾ ਗਿਆ ਸੀ। ਹੁਣ ਪੌਪਕਾਰਨ ਨੂੰ ਸਧਾਰਨ ਖਾਣੇ ਤੋਂ ਹਟਾ ਕੇ ਖਾਸ ਕਲੱਬ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਪੌਪਕਾਰਨ ਤੇ ਵੀ 18% ਦਰ ਨਾਲ GST ਲਗਾਇਆ ਗਿਆ। ਉੱਥੇ ਹੀ ਕੌਣ ਯਾਨੀ ਕਿ ਮੱਕੀ ਦੇ ਪੈਕੇਟ ਤੇ 5% ਦਰ ਦੇ ਨਾਲ GST ਲੱਗਾ ਹੈ। ਇੱਕ ਨਜ਼ਰ ਬਾਲੀਵੁੱਡ ਗੱਪਸ਼ਪ ਦੀ ਵੱਲ। ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਤੇ ਵਿਵਾਦ ਛਿੜਿਆ ਹੋਇਆ ਹੈ ਅਤੇ ਵਿਵਾਦ ਸੀ ਪੰਜਾਬ 1984 ਫਿਲਮ ਦੇ ਗੀਤ ਰੰਗਰੂਟ ਨੂੰ ਲੈ ਕੇ। ਦੱਸ ਦਈਏ ਕਿ ਦਿਲਜੀਤ ਇਸ ਮੁੱਦੇ ਤੇ ਫਿਰ ਤੋਂ ਬੋਲਦੇ ਹੋਏ ਨਜ਼ਰ ਆਏ। ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸੈਂਸਰ ਬੋਰਡ ਦੇ ਵੱਲੋਂ ਜਾਰੀ ਫਿਲਮ 1984 ਦਾ ਸਰਟੀਫਿਕੇਟ ਸਾਂਝਾ ਕੀਤਾ ਹੈ। ਆਪਣੀ ਕੈਪਸ਼ਨ ਦੇ ਵਿੱਚ ਦਿਲਜੀਤ ਲਿਖਦੇ ਹਨ ਕਿ ਗਵਰਨਮੈਂਟ ਆਫ ਇੰਡੀਆ ਸੈਂਸਰ ਬੋਰਡ ਸਰਟੀਫਿਕੇਟ ਸੋਚਿਆ ਨਹੀਂ ਸੀ ਕਿ ਨੈਸ਼ਨਲ ਅਵਾਰਡ ਮਿਲਣ ਤੋਂ ਬਾਅਦ ਵੀ ਇਹ ਸਰਟੀਫਿਕੇਟ ਦਿਖਾਉਣ ਦੀ ਜ਼ਰੂਰਤ ਪਵੇਗੀ। ਉਹਨੇ ਕਿਹਾ ਕਿ ਗਵਰਨਮੈਂਟ ਨੇ ਬੰਦੇ ਹੀ ਗਵਰਨਮੈਂਟ ਦੀ ਨਹੀਂ ਮੰਨ ਰਹੇ ਅਤੇ ਇੰਡੀਆ ਗਵਰਨਮੈਂਟ ਤੋਂ ਸਰਟੀਫਾਈਡ ਫਿਲਮ ਤੇ ਹੀ ਪਰਚਾ ਕਰਵਾ ਰਹੇ ਹਨ। ਦਿਲਜੀਤ ਅੱਗੇ ਲਿਖਦੇ ਹਨ ਕਿ ਜੇ ਤੁਹਾਡੀ ਫਿਲਮ ਤੁਹਾਡੇ ਗੀਤ ਸੈਂਸਰ ਬੋਰਡ ਤੋਂ ਪਾਸ ਨੇ, ਬੇਸ਼ੱਕ ਤੁਹਾਡੇ ਕੰਮ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਹੋਵੇ, ਫਿਰ ਵੀ ਤੁਹਾਡੇ ਨੈਸ਼ਨਲ ਅਵਾਰਡ ਹਾਸਲ ਕਰਨ ਤੇ ਪਰਚਾ ਹੋ ਸਕਦਾ ਹੈ। ਸ਼ਾਬਾਸ਼। ਦਿਲਜੀਤ ਦੋਸਾਂਝ ਦੇ ਵੱਲੋਂ ਸਾਂਝੀ ਕੀਤੀ ਗਈ ਇਹ ਪੋਸਟ ਕੁਝ ਹੀ ਮਿੰਟਾਂ ਦੇ ਵਿੱਚ ਡਿਲੀਟ ਕਰ ਦਿੱਤੀ ਗਈ। ਆਦਿਤਿਆ ਚੋਪੜਾ ਦੀ ਫਿਲਮ ਰੱਬ ਦੇ ਮੁਰਾਦ ਦੀ ਜੋੜੀ ਦੇ ਵਿੱਚ ਸ਼ਾਹਰੁਖ ਖਾਨ ਦੇ ਨਾਲ ਡੈਬਿਊ ਕਰਨ ਵਾਲੀ ਅਨੁਸ਼ਕਾ ਇੱਕ ਰੈਂਕ ਆਊਟਸਾਈਡਰ ਸਨ। ਇਹ ਐਕਟਰਸ 25 ਸਾਲ ਦੀ ਛੋਟੀ ਉਮਰ ਦੇ ਵਿੱਚ ਪ੍ਰੋਡਿਊਸਰ ਬਣ ਚੁੱਕੀ ਹੈ ਤੇ ਪ੍ਰੋਡਕਸ਼ਨ ਦੇ ਬਾਰੇ ਉਹਨਾਂ ਦੇ ਫੈਸਲੇ ਤੇ ਚੰਗੀ ਤਰ੍ਹਾਂ ਬਿਆਨ ਕਰਦਿਆਂ ਹੋਇਆਂ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਬਾਹਰ ਤੋਂ ਕਦਮ ਰੱਖਣ ਵਾਲੇ ਪ੍ਰਤਿਭਾਸ਼ਾਲੀ ਸਾਥੀਆਂ ਨੂੰ ਇੱਕ ਚਮਕਣ ਦਾ ਮੌਕਾ ਦਿੱਤਾ ਅਤੇ ਉਹਨਾਂ ਕਿਹਾ ਕਿ ਮੇਰੀ ਸੋਚ ਸਪਸ਼ਟ ਸੀ, ਉੱਥੇ ਟੈਲੈਂਟਡ ਲੋਕਾਂ ਨੂੰ ਮੈਂ ਸਹਾਰਾ ਦੇਵਾਂਗੀ। ਅਨੁਸ਼ਕਾ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਪ੍ਰੋਜੈਕਟਸ ਦੇ ਵਿੱਚ ਸਫਲਤਾ ਤੇ ਮਾਣ ਹੈ, ਪਰ ਇਸ ਦੇ ਨਾਲ ਹੀ ਜੋ ਗੱਲ ਸਾਡੇ ਦੇ ਲਈ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ ਉਹ ਹੈ ਕਿ ਅਸੀਂ ਇੱਕ ਸਟੂਡੀਓ ਬਣ ਚੁੱਕੇ ਹਾਂ ਅਤੇ ਪੂਰੇ ਦੇਸ਼ ਦੇ ਵਿੱਚ ਨਵੇਂ ਟੈਲੈਂਟ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਗਨਾ ਰਣੌਤ ਇੱਕ ਵਾਰ ਫਿਰ ਤੋਂ ਖੁੱਲ੍ਹ ਕੇ ਸਾਹਮਣੇ ਆਈ ਹੈ ਅਤੇ ਇਸ ਵਾਰ ਕੰਗਨਾ ਚੀਨ ਦੇ ਮੁੱਦੇ ਤੇ ਬੋਲਦੀ ਨਜ਼ਰ ਆਈ। ਚੀਨ ਦੇ ਵੱਲੋਂ ਲਦਾਖ ਦੇ ਵਿੱਚ ਕੀਤੀ ਗਈ ਹਰਕਤ ਤੇ ਕੰਗਨਾ ਨੇ ਖੁੱਲ੍ਹ ਕੇ ਆਪਣੀ ਰਾਏ ਰੱਖੀ ਹੈ। ਕੰਗਨਾ ਨੇ ਕਿਹਾ ਹੈ ਕਿ ਸਾਨੂੰ ਚੀਨੀ ਸਮਾਨ ਤੋਂ ਭਾਵੇਂ ਜੋ ਵੀ ਮੁਨਾਫਾ ਹੁੰਦਾ ਹੈ ਪਰ ਸਾਨੂੰ ਉਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੰਗਨਾ ਨੇ ਇਹ ਵੀ ਕਿਹਾ ਕਿ ਚੀਨ ਦਾ ਸਮਾਨ ਖਰੀਦ ਕੇ ਅਸੀਂ ਚੀਨ ਦੀ ਭਾਰਤ ਦੇ ਨਾਲ ਲੜਾਈ ਦੇ ਵਿੱਚ ਚੀਨ ਦਾ ਸਾਥ ਦੇਣ ਦਾ ਕੰਮ ਕਰਦੇ ਹਾਂ। ਇਸ ਕਰਕੇ ਸਾਨੂੰ ਪੂਰੀ ਤਰ੍ਹਾਂ ਦੇ ਨਾਲ ਚੀਨੀ ਸਮਾਨ ਦਾ ਬਾਈਕਾਟ ਕਰਨਾ ਚਾਹੀਦਾ ਅਤੇ ਆਤਮ ਨਿਰਭਰ ਬਣਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਸਿੱਧੇ ਤੌਰ ਤੇ ਬਾਲੀਵੁੱਡ ਦੇ ਵੱਡੇ ਪ੍ਰੋਡਿਊਸਰ ਤੇ ਨਿਸ਼ਾਨਾ ਸਾਧਦਿਆਂ ਹੋਇਆਂ ਗੁੱਟਬਾਜ਼ੀ ਦੀ ਬਹਿਸ ਸ਼ੁਰੂ ਕੀਤੀ ਸੀ। ਰੁਕ ਕਰਦੇ ਹਾਂ ਖੇਡ ਦੇ ਮੈਦਾਨ ਦੇ ਵੱਲ। NBA ਕੋਰੋਨਾ ਵਾਇਰਸ ਦੇ ਕਰਕੇ ਮੁਲਤਵੀ ਗਤੀਵਿਧੀਆਂ ਤੋਂ ਬਾਅਦ ਹੁਣ 30 ਜੁਲਾਈ ਤੋਂ ਸੈਸ਼ਨ ਬਹਾਲ ਕਰਨ ਲਈ ਤਿਆਰ ਹੈ, ਜਿਸ ਦੇ ਵਿੱਚ ਨਿਊ ਔਰਲੀਆਨਸ ਦੀ ਟੀਮ ਔਰਲਾਂਡੋ ਦੇ ਨੇੜੇ ਡਿਜ਼ਨੀ ਵਿਸ਼ਵ ਕੰਪਲੈਕਸ ਦੇ ਵਿੱਚ ਉਤਾਹ ਟੀਮ ਦੇ ਨਾਲ ਭਿੜੇਗੀ। ਉੱਥੇ ਦੂਜੇ ਦਿਨ ਮੁਕਾਬਲੇ ਦੇ ਵਿੱਚ ਲਾਸ ਐਂਜਲਸ ਦਾ ਸਾਹਮਣਾ ਲਾਸ ਐਂਜਲਸ ਕਲਿਪਰਸ ਦੇ ਨਾਲ ਹੋਵੇਗਾ।
4.5 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਬਾਅਦ NBA ਲੀਗ ਬਹਾਲ ਹੋਵੇਗੀ ਅਤੇ ਲੀਗ ਦੇ ਅਧਿਕਾਰੀਆਂ ਤੇ ਰਾਸ਼ਟਰੀ ਬਾਸਕਟਬਾਲ ਖਿਡਾਰੀ ਸੰਘ ਵਿਚਾਲੇ ਸੈਸ਼ਨ ਬਹਾਲ ਕਰਨ ਦੀ ਸ਼ਰਤਾਂ ਨੂੰ ਲੈ ਕੇ ਚਰਚਾ ਹੋਈ ਹੈ। NBA ਦੱਸਦੀ ਹੈ ਕਿ 30 ਜੁਲਾਈ ਤੋਂ ਬਹਾਲ ਹੋਣ ਦੇ ਲਈ ਤਿਆਰ ਹੈ। ਭਾਰਤ ਦੇ ਵਿੱਚ 2 ਵਿਸ਼ਵ ਕੱਪ 2021 T20 2023 ਵਨਡੇ ਖੇਡਣ ਤੋਂ ਪਹਿਲਾਂ ਵੀਜ਼ਾ ਤੋਂ ਲਿਖਤ ਦੇ ਵਿੱਚ ਭਰੋਸਾ ਚਾਹਣ ਵਾਲੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ BCCI ਨੇ ਕਰਾਰਾ ਜਵਾਬ ਦਿੱਤਾ ਹੈ। ਭਾਰਤੀ ਕ੍ਰਿਕਟ ਬੋਰਡ ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਅੱਤਵਾਦੀ ਹਮਲਾ ਨਾ ਹੋਣ ਦੀ ਗਾਰੰਟੀ ਦੇਣ ਦੀ ਗੱਲ ਆਖੀ ਹੈ। ਉੱਥੇ ਹੀ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਹੋਇਆਂ BCCI ਦੇ ਅਧਿਕਾਰੀ ਨੇ ਕਿਹਾ ਕਿ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਦੇ ਨਿਯਮ ਸਾਫ਼ ਤੌਰ ਤੇ ਕਹਿੰਦੇ ਨੇ ਕਿ ਖੇਡ ਦੇ ਵਿੱਚ ਕੋਈ ਸਰਕਾਰੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਬੋਰਡ ਅਧਿਕਾਰੀਆਂ ਨੇ PCB ਤੋਂ ਪੁੱਛਿਆ ਹੈ ਕਿ ਸਰਹੱਦ ਤੋਂ ਪਾਰ ਘੁਸਪੈਠ ਨਹੀਂ ਹੋਵੇਗੀ, ਸੀਜ਼ਫਾਇਰ ਦਾ ਉਲੰਘਣ ਨਹੀਂ ਹੋਵੇਗਾ। PCB ਇਸ ਗੱਲ ਦੀ ਗਾਰੰਟੀ ਦੇਣਾ ਚਾਹੁੰਦੀ ਹੈ ਕਿ ਦੂਜਾ ਪੁਲਵਾਮਾ ਨਹੀਂ ਹੋਵੇਗਾ। ਕ੍ਰਿਸਟੀਆਨੋ ਰੋਨਾਲਡੋ ਦੀ ਫਾਰਮ ਦੇ ਵਿੱਚ ਵਾਪਸੀ ਕਰਦੇ ਹੋਏ 2 ਗੋਲ ਕਰਨ ਦੇ ਵਿੱਚ ਮਦਦ ਤੋਂ ਇਲਾਵਾ ਇੱਕ ਪੈਨਲਟੀ ਨੂੰ ਗੋਲ ਦੇ ਵਿੱਚ ਬਦਲਿਆ, ਜਿਸ ਦੇ ਨਾਲ ਯੂਵੈਂਟਸ ਨੇ ਸ਼ੁੱਕਰਵਾਰ ਨੂੰ ਸੀਰੀ A ਫੁੱਟਬਾਲ ਪ੍ਰਤੀਯੋਗਤਾ ਦੇ ਵਿੱਚ 10 ਖਿਡਾਰੀਆਂ ਦੀ ਲੈਸੀ ਟੀਮ ਨੂੰ 4-0 ਦੇ ਨਾਲ ਮਾਤ ਦਿੱਤੀ ਹੈ। ਇਸ ਤਰ੍ਹਾਂ ਯੂਵੈਂਟਸ ਨੇ 9ਵੇਂ ਰਿਕਾਰਡ ਖਿਤਾਬ ਦੀ ਉਮੀਦ ਵਧਾ ਦਿੱਤੀ ਹੈ। ਇਟਲੀ ਦੇ ਵਿੱਚ ਫੁੱਟਬਾਲ ਦੀ ਬਹਾਲੀ ਤੋਂ ਬਾਅਦ ਰੋਨਾਲਡੋ ਖਰਾਬ ਫਾਰਮ ਦੇ ਵਿੱਚ ਨਜ਼ਰ ਆ ਰਿਹਾ ਸੀ, ਪਰ ਉਸ ਦੀ ਵਾਪਸੀ ਦੇ ਨਾਲ ਇੱਕ ਵਾਰ ਫਿਰ ਟੀਮ ਨੂੰ ਜਿੱਤ ਦੀ ਆਸ ਵੱਜੀ ਹੈ। ਅਗਲੇ ਮਹੀਨੇ ਇੰਗਲੈਂਡ ਦੀ ਮੇਜ਼ਬਾਨੀ ਦੇ ਵਿੱਚ ਟੈਸਟ ਸੀਰੀਜ਼ ਖੇਡਣ ਦੇ ਲਈ ਪਾਕਿਸਤਾਨ ਕ੍ਰਿਕਟ ਬੋਰਡ ਨੇ ਇੰਗਲੈਂਡ ਦਾ ਦੌਰਾ ਕਰਨ ਵਾਲੀ ਪਾਕਿਸਤਾਨੀ ਟੀਮ ਤੇ ਉਸ ਦੇ ਸਟਾਫ ਦਾ ਕਰੋਨਾ ਟੈਸਟ ਕਰਵਾਇਆ ਸੀ, ਜਿਸ ਦੇ ਵਿੱਚ ਕੁੱਲ 10 ਖਿਡਾਰੀਆਂ ਦੀ ਰਿਪੋਰਟ ਪੋਜ਼ਿਟਿਵ ਆਈ ਸੀ। ਪਰ ਇਸ ਤੋਂ ਬਾਅਦ ਮੁਹੰਮਦ ਹਾਫਿਜ਼ ਨੇ ਦੂਜੀ ਜਗ੍ਹਾ ਐਤਵਾਰ ਖੁਦ ਆਪਣਾ ਕਰੋਨਾ ਟੈਸਟ ਕਰਵਾਇਆ ਅਤੇ ਉਸ ਦੀ ਰਿਪੋਰਟ ਨੈਗੇਟਿਵ ਆਈ। ਇਸ ਕਦਮ ਨਾਲ ਪਾਕਿਸਤਾਨ ਕ੍ਰਿਕਟ ਬੋਰਡ ਕਾਫੀ ਨਿਰਾਸ਼ ਹੈ ਤੇ ਇਸ ਤੋਂ ਬਾਅਦ ਬੋਰਡ ਨੇ ਹਾਫਿਜ਼ ਦਾ ਦੁਬਾਰਾ ਕਰੋਨਾ ਟੈਸਟ ਕਰਵਾਇਆ, ਜਦਕਿ ਉਹ ਇੱਕ ਵਾਰ ਫਿਰ ਪੋਜ਼ਿਟਿਵ ਪਾਇਆ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਜੋ 10 ਖਿਡਾਰੀ ਪਹਿਲਾਂ ਪੋਜ਼ਿਟਿਵ ਪਾਏ ਗਏ ਸੀ, ਉਹਨਾਂ ਵਿੱਚੋਂ 6 ਖਿਡਾਰੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਫਟਾਫਟ 100 ਦੇ ਵਿੱਚ ਅੱਜ ਬਸ ਇੰਨੇ। ਮੈਨੂੰ ਤੇ ਇਜਾਜ਼ਤ। ਧੰਨਵਾਦ।